ਅਸਾਈਆਂ ਵਿੱਚ ਵੀ ਇੱਕ ਗੱਲ ਸਾਨੂੰ ਯਾਦ ਰੱਖਣੀ ਵੀ ਇਹਨਾਂ 'ਚ ਡੇਰਾਵਾਦ ਹੋ ਗਿਆ। 10-10 20-20 ਏਕੜ ਜ਼ਮੀਨ ਕਿਤੇ ਲੈ ਕੇ ਤੇ ਉਹ ਨੇੜੇ ਤੇੜੇ ਉਹਨਾਂ ਨੇ ਡੇਰੇ ਖੁਦ ਬਣਾ ਲਏ ਤੇ ਡੇਰੇਦਾਰ ਵੀ ਜਿਹੜੇ ਉਹ ਤੇ ਜੱਟ ਹੈ। ਜੱਟ ਸਿੱਖ ਸਮਾਜ ਚੋਂ ਬਹੁਤੇ ਬੰਦੇ ਆ ਜਿਹੜੇ ਅੱਗੇ ਡੋਮੀਨੇਟ ਰੋਲ ਕਰਦੇ ਆ। ਜਿਵੇਂ ਉੱਥੇ ਸਰਸੇ ਵਾਲਾ ਬਾਬਾ ਵੀ ਜੱਟ ਹੈ। ਕਿਸੇ ਵੀ ਧਰਮ ਦੀ ਬੇਅਦਬੀ ਸਿੱਖੀ ਵਿੱਚ ਤਾਂ ਗੱਲ ਹੀ ਨਹੀਂ ਹੈ। ਸਾਰਾ ਮਤਲਬ ਇਸ ਲੈਵਲ ਦੇ ਉੱਤੇ ਸਿੱਖ ਤਾਂ ਬਣਦਾ ਹੀ ਨਹੀਂ ਵੀ ਉਹ ਕਿਸੇ ਦੇ ਧਰਮ ਨੂੰ ਇੱਕ ਤੋੜਨ ਜਾਂ ਹਮਲਾ ਕਰਨ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ, ਉਹ ਸਾਰੇ ਦਾ ਸਾਰਾ ਬਿਆਨ, ਉਹਦਾ ਸਾਰਾ ਜਿਹੜਾ ਲੱਬੋ ਲੁਆਬ ਹੈ ਉਹ ਸਾਰਾ RSS BJP ਵਾਲੀ ਲਾਈਨ 'ਤੇ ਹੈ। ਮਨਿੰਦਰ ਸਰਸਾ ਉਹ ਤਾਂ ਹੈ ਹੀ BJP ਦੀ ਸਟਿਕਟ ਉੱਤੇ MLA ਬਣਿਆ ਸੀ। ਉਹ ਬੰਦੇ ਆ ਕੇ ਇੱਥੇ ਅੰਮ੍ਰਿਤਸਰ ਦਫ਼ਤਰ ਖੋਲ੍ਹਦੇ ਆ, ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਾਂਗੇ। ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰਨਾ ਸੀ, ਉਹਨਾਂ ਨੇ ਆ ਜਿਹੜਾ ਪੱਟੀ ਵਾਲਾ ਕੇਸ ਹੈ ਇਹ ਕਰਵਾਤਾ। ਭਾਵੇਂ ਖਾਲਿਸਤਾਨ ਦਾ ਮਸਲਾ ਉਠਾਇਆ ਹੋਵੇ ਇਹਨਾਂ ਤੋਂ ਕਿਤੇ, ਤੇ ਭਾਵੇਂ ਇਹਨਾਂ ਤੋਂ 47 ਦੇ ਵਿੱਚ ਕਤਲੋਗਾਰਤ ਵੀ ਕਰਾਈ ਹੈ ਇਹਨਾਂ ਤੋਂ। ਉਦੋਂ ਵੀ ਨਿਹੰਗ ਸੀਗੇ ਸਾਰੇ ਅੱਗੇ ਲੱਗੇ ਹੋਏ, ਨਿਹੰਗਾਂ ਤੋਂ ਜ਼ਿਆਦਾ ਕਤਲੇਆਮ ਕਰਵਾਇਆ। ਆ ਹੁਣ ਵੀ ਇਹਨਾਂ ਨੇ ਜਿਹੜਾ ਚੱਲ ਰਿਹਾ ਸੀ ਆਪਣਾ ਕਿਸਾਨ ਮੋਰਚਾ ਦਿੱਲੀ, ਉੱਥੇ ਵੀ ਇਹ ਨਿਹੰਗਾਂ ਨੂੰ ਲਿਜਾ ਕੇ ਸਭ ਤੋਂ ਅੱਗੇ ਬਹਾਇਆ। ਉਹ ਕਿਹਨੇ ਬਹਾਇਆ? ਸਰਕਾਰ ਹੀ ਲਗਾਈ ਕਰੇ ਇੱਥੋਂ। ਡਿਕਟੇਟ ਉਹਦੇ ਪਿੱਛੇ BJP ਕਰ ਰਹੀ ਹੈ। ਏਜੰਡਾ BJP ਦਾ ਸਿੱਧਾ ਲਾਗੂ ਹੋ ਰਿਹਾ। ਉਹਨਾਂ ਨੂੰ ਆਪ ਆਉਣ ਦੀ ਕੀ ਲੋੜ ਹੈ? BJP ਨੂੰ ਲੋੜ ਪਈ ਤਾਂ ਆ ਜਾਣਗੇ, ਉਹ ਖੜੇ ਆ ਸਾਰੀ ਗੱਲ ਦੇ ਪਿੱਛੇ। ਸਰਕਾਰ ਦੀ ਬਿਲਕੁਲ ਇਹ ਹੈ ਫਿਲਹਾਲ ਹਜੇ ਸਾਰਿਆਂ ਵੀ ਸਿੱਖਾਂ ਦੇ ਵਿੱਚ ਕੋਈ ਵੀ ਜੈਨੂਨ ਲੀਡਰਸ਼ਿਪ, ਕੋਈ ਡੈਮੋਕ੍ਰੈਟਿਕ ਜਮਹੂਰੀਅਤ ਲੀਡਰਸ਼ਿਪ ਖੜੀ ਨਾ ਹੋਣ ਦਿੱਤੀ ਜਾਵੇ। ਤਾਂ ਕਦੇ ਖਾਲਿਸਤਾਨ ਦਾ ਨਾਅਰਾ ਲਵਾ ਦਿਓ, ਕਦੇ ਹਥਿਆਰਬੰਦ ਗੱਲ ਕਰਾ ਦਿਓ, ਇਹ ਸਾਰਾ ਕੁਝ ਕਰੀ ਜਾਓ। ਮਿਨੋਰਿਟੀ ਹੈ ਜਿਹੜੀ, ਉਸ ਨੂੰ ਕਦੇ ਵੀ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀ ਕਦੇ ਸਪੋਰਟ ਨਹੀਂ ਕਰਨੀ ਚਾਹੀਦੀ। ਉਹ ਤਾਂ ਹੈ ਹੀ ਉਹਨਾਂ ਦੇ ਖਿਲਾਫ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਾਹਿਲ। ਪਿਛਲੇ ਦਿਨੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਘਟਨਾ ਹੋਈ। ਇੱਕ ਚਰਚ ਉੱਪਰ ਹਮਲਾ ਹੋਇਆ। ਉੱਥੇ ਯਿਸੂ ਮਸੀਹ ਜੀ ਦਾ ਬੁੱਤ ਤੋੜਿਆ ਜਾਂਦਾ, ਪਾਸਟਰ ਦੀ ਗੱਡੀ ਨੂੰ ਅੱਗ ਲਗਾਈ ਜਾਂਦੀ ਆ। ਅਤੇ ਇਸ ਤੋਂ ਪਹਿਲਾਂ ਵੀ ਕੁਝ ਈਸਾਈ ਧਰਮ ਦੇ ਪ੍ਰਚਾਰਕਾਂ ਦੇ ਪ੍ਰੋਗਰਾਮਾਂ ਉੱਪਰ ਅਟੈਕ ਕੀਤਾ ਜਾਂਦਾ, ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤਾਂ ਜਿਹੜੀ ਧਰਮ ਪਰਿਵਰਤਨ ਦੀ ਡਿਬੇਟ ਆ ਪੰਜਾਬ ਦੇ ਵਿੱਚ, ਉਹ ਸ਼ੁਰੂ ਹੁੰਦੀ ਹੈ। ਕਿਹਾ ਜਾ ਰਿਹਾ ਕਿ ਪੰਜਾਬ ਵਿੱਚ ਸਿੱਖਾਂ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਈਸਾਈ ਧਰਮ ਦੇ ਵਿੱਚ ਉਹਨਾਂ ਦਾ ਪਰਿਵਰਤਨ ਕਰਵਾਇਆ ਜਾ ਰਿਹਾ। ਇਹ ਪਰਿਵਰਤਨ ਕਿਉਂ ਹੋ ਰਿਹਾ, ਕੌਣ ਕਰਵਾ ਰਿਹਾ, ਤੇ ਇਸ ਸਾਰੇ ਵਰਤਾਰੇ ਦੇ ਵੱਖ-ਵੱਖ ਪਹਿਲੂ ਕੀ ਨੇ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਕੇਂਦਰੀ ਸਿੰਘ ਸਭਾ ਦੇ ਪ੍ਰਤੀਨਿਧ ਤੇ ਸਿੱਖ ਚਿੰਤਕ ਜਸਪਾਲ ਸਿੰਘ ਸਿੱਧੂ ਜੀ ਨੇ। ਸਵਾਗਤ ਹੈ ਸਰ, ਬਹੁਤ-ਬਹੁਤ ਧੰਨਵਾਦ। ਪਹਿਲਾ ਸਵਾਲ ਤਾਂ ਇਹੀ ਹੈ ਕਿ ਜੀ, ਜੇਕਰ ਇੱਕ ਧਰਮ ਦੇ ਲੋਕ ਕੋਈ ਪ੍ਰਚਾਰ ਕਰਦੇ ਨੇ, ਕਿ ਦੂਸਰੇ ਧਰਮ ਦੇ ਲੋਕਾਂ ਨੂੰ ਹੱਕ ਹੈ ਕਿ ਉਹ ਉਹਨਾਂ ਦੇ ਪ੍ਰਚਾਰ ਨੂੰ ਰੋਕਣ? ਵੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ, ਜੇ ਅਸੀਂ ਸਿੱਖਾਂ ਦੇ ਪ੍ਰਸੰਗ 'ਚ ਕਹੀਏ, ਸਿੱਖੀ ਦੇ ਵਿੱਚ ਨਾ ਕਨਵਰਸ਼ਨ ਹੈ, ਧਰਮ ਦੀ ਬਦਲੀ ਨਹੀਂ, ਅਤੇ ਨਾ ਇਹਨਾਂ ਨੇ ਧਰਮ ਦੀ ਬਦਲੀ ਕਰਾ ਕੇ ਆਪਣੇ 'ਚ ਸ਼ਾਮਲ ਕਰਦੇ ਆ, ਅਤੇ ਨਾ ਇਹ ਕਿਸੇ ਜਾਂਦੇ ਨੂੰ ਰੋਕ ਸਕਦੇ ਆ। ਕਨਵਰਸ਼ਨ ਦਾ ਇਸ ਇਸ਼ੂ ਹੀ ਹੈ ਨਹੀਂ, ਮੁੱਦਾ ਹੀ ਹੈ ਨਹੀਂ ਸਿੱਖੀ ਦੇ ਵਿੱਚ। ਇਸ ਕਰਕੇ ਇਸ ਨੂੰ ਜਿਹੜੀ ਇਹ ਬਾਰਬੰਦੀ, ਜਿਹੜੀ ਘੇਰਾਬੰਦੀ, ਫੈਂਸਿੰਗ, ਜਿਵੇਂ ਹਿੰਦੂ ਸਮਾਜ ਕਰਦਾ, ਹਿੰਦੂ ਰਾਸ਼ਟਰ ਬਣਾਉਣ ਵਾਲੇ, ਹਿੰਦੂ ਕੌਮ ਖੜੀ ਕਰਨ ਵਾਲੇ ਕਰਦੇ ਆ ਸਿਆਸੀ ਲੈਵਲ 'ਤੇ, ਇਹ ਨਹੀਂ ਕਰਦੇ ਸਿੱਖਾਂ 'ਚ। ਇਸ ਕਿਸਮ ਦੀ ਸਿੱਖਾਂ 'ਚ ਕਦੇ ਨਹੀਂ ਹੋਈ। ਇਹ ਬਾਰਬੰਦੀ ਦੀ ਗੱਲ ਹੁੰਦੀ ਤਾਂ ਪਹਿਲਾਂ ਵੀ ਰੋਕਿਆ ਜਾਂਦਾ। ਅਤੇ ਇਸ ਕਰਕੇ ਇਹ ਜਦੋਂ ਵੀ ਸਿੰਘ ਸਭਾ ਨੇ ਪਹਿਲਾਂ ਕੰਮ ਕੀਤਾ ਸੀਗਾ, ਜਦੋਂ ਕਨਵਰਸ਼ਨ ਦਾ ਜਾਂ ਈਸਾਈ ਬਣਨ ਦਾ ਬਹੁਤ ਵੱਡਾ ਲੋਕਾਂ ਨੂੰ ਡਰ ਸੀ, ਉਹ ਸੀਗਾ ਸਾਡੇ, ਅਸੀਂ ਕਹਿ ਸਕਦੇ 1870 ਤੋਂ ਬਾਅਦ, ਰਣਜੀਤ ਸਿੰਘ ਦੇ ਰਾਜ ਤੋਂ ਜਾਣ ਖੁੱਸਣ ਤੋਂ ਬਾਅਦ। ਉਦੋਂ ਬਹੁਤ ਵੱਡਾ ਖਤਰਾ ਵੀ ਸੀ। ਅਤੇ ਕਿਉਂਕਿ ਉਸ ਵੇਲੇ ਤਾਂ ਬ੍ਰਿਟਿਸ਼ ਸਰਕਾਰ ਜਿਹੜੀ ਕਿ ਉਹਨਾਂ ਦਾ ਧਰਮ ਹੀ ਈਸਾਈ ਸੀ, ਅਤੇ ਉਹ ਸਾਰੀ ਦੁਨੀਆ ਵਿੱਚ ਸਾਮਰਾਜ ਸੀ, ਵੱਡਾ ਅੰਪਾਇਰ ਸੀ। ਅਤੇ ਉਹ ਸਾਡੇ ਇਕੱਲਾ ਇੰਡੀਆ ਦੇ 'ਚ ਨਹੀਂ, ਹੋਰ ਸਾਰੇ ਮੁਲਕਾਂ ਦੇ ਵਿੱਚ ਰਾਜ ਸੀ। ਅਤੇ ਉਹਨਾਂ ਕੋਲ ਸੱਤਾ ਸੀ, ਪਾਵਰ ਸੀ, ਤਾਕਤ ਸੀ। ਉਹ ਕਿਸੇ ਨੂੰ ਕੋਈ ਅਹੁਦਾ ਵੀ ਦੇ ਸਕਦੇ ਸੀ, ਨੌਕਰੀ ਵੀ ਦੇ ਸਕਦੇ ਸੀ, ਕੋਈ ਹੋਰ ਸਾਰਾ ਬੈਨੀਫਿਟ ਵੀ ਦੇ ਸਕਦੇ ਸੀ। ਅਤੇ ਉਦੋਂ ਜਿਹੜਾ ਇੱਕ ਸੱਤਾ ਦਾ ਤੇਜ ਹੁੰਦਾ, ਇੱਕ ਉਹਨਾਂ ਦਾ ਆਪ ਦਾ ਸੱਤਾ ਦਾ ਪ੍ਰਭਾਵ ਹੁੰਦਾ, ਉਹਦੇ ਥੱਲੇ ਲੋਕ ਬੜੀ ਤੇਜ਼ੀ ਨਾਲ ਜਾਂਦੇ ਆ। ਉਹ ਸੱਤਾ ਦੇ ਪ੍ਰਭਾਵ ਥੱਲੇ, ਜਿਵੇਂ ਅਸੀਂ ਅੰਗਰੇਜ਼ੀ ਉਹਨਾਂ ਦੇ ਕੱਪੜੇ ਸਾਰੇ ਡਰੈਸ ਲੈ ਲਿਆ, ਸਾਰਾ ਕੁਛ ਲੈ ਲਿਆ, ਅਸੀਂ ਧਰਮ ਵੀ ਲੈ ਸਕਦੇ ਸੀ। ਪਰ ਉਸ ਵੇਲੇ ਦੇ ਡਰ ਦੇ ਮੁਕਾਬਲੇ ਅੱਜ ਤੱਕ ਕੋਈ ਡਰ ਹੀ ਹੈ ਨਹੀਂ ਉਸ ਕਿਸਮ ਦਾ। ਨਾ ਤਾਂ ਈਸਾਈ ਧਰਮ ਦਾ ਮਤਲਬ ਕਿ ਦੇਸ਼ ਪ੍ਰਤੀ ਕੋਈ, ਦੇਸ਼ ਦੇ ਸੰਬੰਧ ਵਿੱਚ 2%
ਸਿੱਖਾਂ ਜਿੰਨੀ ਕੁ ਪਾਪੂਲੇਸ਼ਨ ਆ ਉਹਨਾਂ ਦੀ, ਤੇ ਥਾਂ ਥਾਂ ਉਹਨਾਂ ਦੇ ਪੰਜਾਬ ਛੱਡ ਕੇ ਬਾਹਰ ਤਾਂ ਹੋਰ ਪਹਿਲਾਂ ਹੀ ਵੱਡੇ ਹਮਲੇ ਹੋ ਰਹੇ ਆ, ਤੇ ਹਿੰਦੂਤਵ ਤਾਕਤਾਂ ਉਹਨਾਂ ਦੇ ਵੱਡੇ ਹਮਲੇ ਕਦੋਂ ਦੀਆਂ ਕਰ ਰਹੀਆਂ। ਇਸ ਕਰਕੇ ਉਹਨਾਂ ਤੋਂ ਡਰ ਨੂੰ ਜਿਹੜਾ ਹੈਗਾ ਉਹ ਖਤਰਾ ਵਧਾਇਆ ਜਾ ਰਿਹਾ। ਜੇ ਇੱਕ ਇਹ ਵਿਚਾਰ ਵੀ ਸਾਡੇ ਚੱਲਦਾ ਵੀ ਇਹ ਅਸਲੀ ਹੋ ਰਿਹਾ, ਲੋਕ ਇਕੱਠੇ ਹੋ ਰਿਹਾ, ਉਹਦਾ ਕਾਰਨ ਇਹ ਹੈ ਕਿ ਵੀ ਸਿੱਖ ਧਰਮ ਦੇ ਵਿੱਚ ਜਿਹੜੀ ਜਿਸ ਕਿਸਮ ਦੀ ਉਹਦੀ ਸਪਿਰਿਟ ਹੈ, ਜਿਸ ਕਿਸਮ ਦੇ ਉਹਦੇ 'ਚ ਬਰਾਬਰੀ ਦਾ ਸੰਦੇਸ਼ ਹੈ, ਤੇ ਉਹਦੇ ਵਿੱਚ ਇਸ ਕਿਸਮ ਦੀ ਗੱਲਬਾਤ ਹੈ ਵੀ ਤੁਸੀਂ ਸਾਰੇ ਬਰਾਬਰ ਹੋ, ਜਾਤ ਪਾਤ ਨਹੀਂ ਹੋਣੀ ਚਾਹੀਦੀ, ਤੇ ਹਰ ਇੱਕ ਨੂੰ ਬੰਦੇ ਨੂੰ ਦਰਬਾਰ ਸਾਹਿਬ ਵਿੱਚ ਉਸ ਕਿਸਮ ਦਾ ਮਾਣ ਸਨਮਾਨ ਮਿਲਣਾ ਚਾਹੀਦਾ। ਗੁਰਦੁਆਰਿਆਂ ਦੀਆਂ, ਜਿੰਨਾ ਪਿੰਡਾਂ ਦੇ ਗੁਰਦੁਆਰਿਆਂ ਦੀਆਂ, ਹੋਰ ਗੁਰਦੁਆਰਿਆਂ ਦੀ ਮੈਨੇਜਮੈਂਟ ਵਿੱਚ ਦਲਿਤਾਂ ਨੂੰ ਬਰਾਬਰ ਦਾ ਹਿੱਸਾ ਮਿਲਣਾ ਚਾਹੀਦਾ, ਉਹ ਨਹੀਂ ਮਿਲ ਰਿਹਾ। ਉਹਦੇ ਕਰਕੇ ਉਹ ਕਦੇ ਸਰਸੇ ਵਾਲੇ ਬਾਬੇ ਵੱਲ, ਕਦੇ ਕਿਸੇ ਡੇਰੇਦਾਰੀਆਂ ਵੱਲ, ਜਾਂ ਹੁਣ ਰੁਝਾਨ ਹੋ ਸਕਦਾ ਜੇ ਕਿਤੇ ਛੋਟੇ ਲੈਵਲ 'ਤੇ ਇਹਨਾਂ ਦੇ ਜਿਹੜੇ ਅਸਾਈਆਂ ਵਿੱਚ ਵੀ ਇੱਕ ਗੱਲ ਸਾਨੂੰ ਯਾਦ ਰੱਖਣੀ ਵੀ ਇਹਨਾਂ 'ਚ ਡੇਰਾਵਾਦ ਹੋ ਗਿਆ। 10-10, 20-20 ਏਕੜ ਜ਼ਮੀਨ ਕਿਤੇ ਲੈ ਕੇ ਤੇ ਉਹ ਨੇੜੇ ਤੇੜੇ ਉਹਨਾਂ ਨੇ ਡੇਰੇ ਖੁਦ ਬਣਾ ਲਏ, ਤੇ ਡੇਰੇਦਾਰ ਵੀ ਜਿਹੜੇ ਬਹੁਤੇ ਜੱਟ ਹੈ, ਜੱਟ ਸਿੱਖ ਸਮਾਜ 'ਚੋਂ ਬਹੁਤੇ ਬੰਦੇ ਆ ਜਿਹੜੇ ਅੱਗੇ ਡੋਮੀਨੇਟ ਰੋਲ ਕਰਦੇ ਆ। ਉਹੀ ਜਿਵੇਂ ਉੱਥੇ ਸਰਸੇ ਵਾਲਾ ਬਾਬਾ ਵੀ ਜੱਟ ਹੈ, ਇਹ ਸਾਰਾ ਜਿਹੜਾ ਉਹ ਵੀ ਇਸੇ ਲੈਵਲ ਦੇ ਰੋਲ 'ਤੇ। ਇਸ ਕਰਕੇ ਅਸੀਂ ਇਸ ਨੂੰ ਇਸ ਲੈਵਲ 'ਤੇ ਲੈ ਸਕਦੇ ਹਾਂ ਵੀ ਇਹ ਜੇ ਛੋਟਾ ਮੋਟਾ ਪਰਿਵਰਤਨ ਹੋ ਰਿਹਾ, ਪਰ ਜਿਸ ਤਰੀਕੇ ਨਾਲ ਅਕਾਲ ਤਖਤ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ, ਉਹ ਸਾਰੇ ਦਾ ਸਾਰਾ ਬਿਆਨ, ਉਹਦਾ ਸਾਰਾ ਜਿਹੜਾ ਲੱਬੋ ਲੁਆਬ ਹੈ, ਉਹ ਸਾਰਾ RSS BJP ਵਾਲੀ ਲਾਈਨ 'ਤੇ ਹੈ। ਮਤਲਬ ਕਿ ਜੇ ਅਸੀਂ ਮੋਟੇ ਲੈਵਲ 'ਤੇ ਕਹਿ ਦਈਏ ਵੀ ਧਰਮ ਪਰਿਵਰਤਨ ਕਾਨੂੰਨ ਨੂੰ ਬਣਨਾ ਚਾਹੀਦਾ, ਤਾਂ ਇਹ ਧਰਮ ਪਰਿਵਰਤਨ ਦਾ ਵਿਰੋਧੀ ਕਾਨੂੰਨ ਬਣਨਾ ਚਾਹੀਦਾ, ਤਾਂ ਇਹ BJP ਦੀ ਬੜੇ ਦੇਰ ਦੀ ਮੰਗ ਹੈ। ਮੰਗ ਨਹੀਂ ਹੈ ਖਾਲੀ, ਉਹਨਾਂ ਨੇ ਜਿੱਥੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਉਹਨਾਂ ਨੇ ਕਾਨੂੰਨ ਬਣਾਤੇ, ਉਲਟਾ ਹੁਣ ਜਿੱਥੇ 10-10, 15-15 ਸਾਲ ਦੇ ਕਾਨੂੰਨ ਪਹਿਲਾਂ ਬਣੇ ਹੋਏ ਸੂਬਿਆਂ ਦੇ ਵਿੱਚ, ਉਹਨਾਂ ਨੂੰ ਉਹ ਦੁਬਾਰਾ ਹੋਰ ਤਿੱਖਾ ਤੇ ਮਜ਼ਬੂਤ ਕਰ ਰਹੇ ਆ। ਅਕਾਲ ਤਖਤ ਦੇ ਜਥੇਦਾਰ ਨੇ ਵਾਰ-ਵਾਰ ਇਹ ਕਹਿ ਰਹੇ ਨੇ, ਆਪਣੇ ਵਾਰ-ਵਾਰ ਉਹਨਾਂ ਦੇ ਹੁਕਮਨਾਮੇ ਆ ਰਹੇ ਨੇ ਕਿ ਜਿਹੜੇ ਸਿੱਖ ਪ੍ਰਚਾਰਕ ਨੇ ਉਹ VIP ਕਲਚਰ ਛੱਡਣ, ਉਹ ਕਾਰਾਂ ਗੱਡੀਆਂ ਛੱਡਣ, ਉਹ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ। ਤਾਂ ਕੀ ਜਦੋਂ ਇਸ ਤਰੀਕੇ ਦੇ ਅਟੈਕ ਹੁੰਦੇ ਆ ਤਾਂ ਕੀ ਅਕਾਲ ਤਖਤ ਦੀ ਤੋਹੀਨ ਨਹੀਂ ਹੈ, ਉਹਨਾਂ ਦੇ ਜਥੇਦਾਰ ਦੇ ਬਿਆਨ ਦੀ ਤੋਹੀਨ ਨਹੀਂ ਹੈ? ਅਕਾਲ ਤਖਤ ਦੇ ਜਥੇਦਾਰ ਦੀ ਕੋਈ ਗੱਲ ਨਹੀਂ ਮੰਨੀ ਜਾਂਦੀ, ਉਹ ਸਿਆਸੀ ਗੱਲ ਲੋੜ ਪੈਣ 'ਤੇ ਕਰ ਗਿਆ। ਅਕਾਲ ਤਖਤ ਦੇ ਜਥੇਦਾਰ ਦਾ ਤੁਸੀਂ ਇਹ ਦੇਖੋ ਵੀ ਅਸੀਂ ਕੰਪੇਨ ਕੀਤੀ ਸੀ ਇੱਥੋਂ ਬਹੁਤ ਜ਼ੋਰ ਸ਼ੋਰ ਨਾਲ ਵੀ PTC ਦਾ, ਜਦੋਂ ਉਹਦਾ ਇੱਥੇ ਸੈਕਸ ਸਕੈਂਡਲ ਦੇ ਵਿੱਚ PTC ਦੇ ਬੰਦੇ ਫੜੇ ਗਏ, ਉਹਨਾਂ ਦਾ ਬੰਦੇ ਨਹੀਂ ਫੜੇ ਗਏ, ਉਹਨਾਂ ਦਾ ਜਿਹੜਾ ਮੇਨ ਸੀ ਸਾਰਾ ਬੰਦਾ, ਜਿਹੜਾ ਵੱਡਾ ਇੰਚਾਰਜ ਸੀ, ਜਿਹੜਾ ਉਹਨਾਂ ਦਾ ਚੇਅਰਮੈਨ ਸੀ, ਉਹ ਫੜਿਆ ਗਿਆ। ਤੇ ਉਸ ਦੇ ਪਿੱਛੋਂ ਅਸੀਂ ਕਿਹਾ ਵੀ PTC ਖਤਮ ਕਰੋ, PTC ਦਾ ਇੱਥੇ ਨਹੀਂ ਚਾਹੀਦਾ। ਤਾਂ ਤੁਸੀਂ ਇਹ ਗੁਰਬਾਣੀ ਨੂੰ ਵੇਚ ਰਹੇ ਹੋ, ਤਜਾਰਤ ਕਰ ਰਹੇ ਹੋ, ਸੌਦਾ ਕਰ ਰਹੇ ਹੋ ਸਾਰਾ। ਜੋ ਸਾਡੇ ਰੌਲੇ ਪਾਉਣ ਤੋਂ ਬਾਅਦ ਇਹ SGPC ਦੇ ਅਕਾਲ ਤਖਤ ਜਥੇਦਾਰ ਨੇ ਬਿਆਨ ਦਿੱਤਾ ਵੀ ਇੱਕ ਹਫ਼ਤੇ ਦੇ ਅੰਦਰ ਸ਼੍ਰੋਮਣੀ ਕਮੇਟੀ ਆਪਣਾ ਸਭ ਕੁਝ ਇੱਥੇ ਜਿਹੜਾ ਇੱਕ ਵੈਬਸਾਈਟ ਚਲਾ ਲੇਗੀ, ਤੇ ਇਸ ਉੱਤੇ ਹੀ ਜਿੰਨਾ ਚਿਰ ਸੈਟੇਲਾਈਟ ਚੈਨਲ ਨਹੀਂ ਬਣਦਾ ਉਹਨਾਂ ਚਿਰ ਅਸੀਂ ਇਹਦੇ ਤੋਂ ਰਿਲੇ ਕਰਾਂਗੇ ਗੁਰਬਾਣੀ। ਕੁਛ ਨਹੀਂ ਕੀਤਾ। ਇਹ ਅਪ੍ਰੈਲ ਦੇ ਪਹਿਲੇ ਹਫ਼ਤੇ ਦੀ ਗੱਲ ਹੈ, ਤੇ ਤੁਸੀਂ ਦੇਖ ਲਓ ਹੁਣ ਸਤੰਬਰ ਆ ਗਿਆ, ਤੇ ਇਸ ਕਿਸਮ ਨਾਲ ਉਹਦੇ ਕੋਈ ਚਲਦੀ ਨਹੀਂ। ਆ ਵੀ ਜਿਹੜਾ ਪਤਾ ਨਹੀਂ ਕਿੱਥੋਂ ਇਹ ਬਿਆਨ ਉਹ ਆਇਆ, ਕਿਉਂ ਕਰਕੇ ਆਇਆ। ਹੁਣ ਤੁਸੀਂ ਦੇਖੋ, ਇਹ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾਓ, ਦੂਜਾ ਐਵੇਂ ਕਹਿ ਰਿਹਾ ਫੋਰਸੀਬਲੀ, ਕਿਤੇ ਕੋਈ ਉਹਦੇ ਕੋਲੇ ਅੰਕੜੇ ਨਹੀਂ ਵੀ ਕਿੱਥੇ ਫੋਰਸੀਬਲੀ ਧੱਕਾ ਕੀਤਾ, ਤੇ ਧੱਕੇ ਕਰਕੇ ਬਣਾਏ ਗਏ। ਫਿਰ ਉਹ ਕਹਿੰਦੇ ਜੀ ਇਹ ਵਹਿਮਾਂ ਭਰਮਾਂ 'ਚ ਤੇ ਹੋਰ ਝੂਠ ਕਰਕੇ ਸਾਰਾ ਕੁਝ ਕਰਕੇ ਵੀ ਇਹ ਤੁਹਾਡਾ ਇਲਾਜ ਕਰਾਂਗੇ, ਇਹ ਦਿੰਦੇ ਹੈਗੇ ਲਾਲਚ। ਵੀ ਉਹ ਜਿਹੜੇ ਅਸਲ ਈਸਾਈ ਆ ਤਾਂ ਉਹ ਖੁਦ ਵੀ ਕਹਿੰਦੇ ਆ, ਜਿਹੜੇ ਉਹ ਸਾਰੇ ਉਹ ਕਹਿੰਦੇ ਅਸੀਂ ਤਾਂ ਹਸਪਤਾਲ ਸਭ ਤੋਂ ਪਹਿਲਾਂ ਇੱਥੇ ਖੋਲ੍ਹੇ ਆ, ਹਸਪਤਾਲ ਸਭ ਤੋਂ ਪਹਿਲਾਂ ਉਹਨਾਂ ਦੇ ਖੋਲ੍ਹੇ ਹੋਏ ਆ, ਤੇ ਹਜੇ ਤੱਕ ਵੀ ਹਸਪਤਾਲਾਂ ਦੇ ਨਾਂ ਬਦਲੇ ਆ। ਅੰਗਰੇਜ਼ਾਂ ਵੇਲੇ ਦੇ ਬਣੇ ਹਸਪਤਾਲ ਆ, 1947 ਤੋਂ ਪਹਿਲਾਂ ਦੇ ਸਾਰੇ ਵੱਡੇ ਸ਼ਹਿਰਾਂ 'ਚ ਉਹੀ ਚੱਲ ਰਹੇ ਆ। ਇਸ ਕਰਕੇ ਇਹ ਤੀਜੀ ਗੱਲ ਉਹਨਾਂ ਨੇ, ਜਿਹੜਾ ਕਿ BJP ਬੜੇ ਜ਼ੋਰ ਸ਼ੋਰ ਨਾਲ ਕਹਿੰਦੀ ਹੈ, RSS ਕਹਿੰਦੀ ਹੈ, ਤੇ ਉਹ ਬਾਰਡਰ ਦੇ ਏਰੀਏ ਵਿੱਚ ਹੋ ਰਿਹਾ ਪਰਿਵਰਤਨ। ਕੋਈ ਅੰਕੜੇ ਨਹੀਂ ਦਿੱਤੇ, ਕੋਈ ਸਟੱਡੀ ਨਹੀਂ ਕੀਤੀ, ਉੱਥੇ ਹੋ ਰਿਹਾ। ਇਹ ਸਾਰੀਆਂ ਗੱਲਾਂ ਉਹ ਬਿਲਕੁਲ ਉਹਨਾਂ ਲਾਈਨ 'ਤੇ ਹੀ ਕਰ ਰਿਹਾ ਜਿਹਦੇ 'ਤੇ BJP ਕਰ ਰਹੀ ਹੈ। ਤਾਂ ਜਾਂ ਇੱਕ ਤੀਜੀ ਗੱਲ ਜਿਹੜੀ ਕਿ ਬਿਲਕੁਲ ਹੀ ਇਹ ਲੱਗਦਾ ਵੀ ਜਥੇਦਾਰ ਨੇ ਕੋਈ BJP ਵਾਲਾ ਕੋਈ ਵੀ ਪੁਆਇੰਟ ਨਹੀਂ ਛੱਡਿਆ ਹੋਵੇ,
ਤੋ ਕਹਿੰਦਾ ਵੀ ਜਿਹੜੇ ਦਲਿਤ ਈਸਾਈ ਬਣ ਗਏ ਆ ਉਹਨਾਂ ਨੂੰ ਮੁੜ ਕੇ ਰੈਜ਼ਰਵੇਸ਼ਨ ਦਾ ਫਾਇਦਾ ਨਹੀਂ ਦੇਣਾ ਚਾਹੀਦਾ ਵੀ ਤੂੰ ਮਿਨੋਰਿਟੀ ਵਾਲਾ ਬੰਦਾ ਹੈ, ਖੁਦ ਦਲਿਤ ਸਮਾਜ 'ਚੋਂ ਆ ਰਿਹਾ ਹੈ ਤੇ ਤੂੰ ਇਹ ਸਾਰਾ ਕੁਛ ਹੀ ਕਿਵੇਂ ਕਰ ਰਿਹਾ ਵੀ ਉਹਨਾਂ ਨੂੰ ਜਿਹੜੇ ਬੈਨੀਫਿਟ ਹੈ ਦਲਿਤਾਂ ਵਾਲੇ ਨਹੀਂ ਮਿਲਣੇ ਚਾਹੀਦੇ ਰੈਜ਼ਰਵੇਸ਼ਨ ਦੇ। ਇਹ ਸਾਰਾ ਕੰਮ ਬੀਜੇਪੀ ਦੀ ਲਾਈਨ ਦਾ ਕੰਮ ਹੈ। ਬੀਜੇਪੀ ਦਾ ਇੱਕ ਆਪਣਾ ਏਜੰਡਾ ਹੈਗਾ ਹੀ ਹੈ, ਹਿੰਦੂਤਵ ਦਾ ਏਜੰਡਾ ਹੈ। ਉਹਨਾਂ ਨੇ ਹਿੰਦੂ ਰਾਸ਼ਟਰ ਦੀ ਸਿਰਜਣਾ ਕਰਨੀ ਹੈ, ਇੱਕ ਹਿੰਦੂ ਨੇਸ਼ਨ ਸਟੇਟ ਬਣਾਉਣੀ ਆ ਪਾਕਿਸਤਾਨ ਦੇ ਬਰਾਬਰ ਦੀ। ਤੁਸੀਂ ਕਹਿ ਰਹੇ ਹੋ ਵੀ ਇਹ ਬੀਜੇਪੀ ਦਾ ਏਜੰਡਾ, ਹਿੰਦੂਤਵ ਦਾ ਏਜੰਡਾ, ਫਿਰ ਉਹ ਈਸਾਈ ਧਰਮ ਵਿੱਚ ਲੋਕਾਂ ਨੂੰ ਕਨਵਰਟ ਕਰਾ ਕੇ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਕਿਵੇਂ ਲਾਗੂ ਕਰਨਗੇ? ਉਹ ਤਾਂ ਫਿਰ ਜਿਵੇਂ ਬਾਕੀ ਸਟੇਟਾਂ ਵਿੱਚ ਮਿਨੋਰਿਟੀ 'ਚ ਡਰ ਪੈਦਾ ਕਰਦੇ ਆ, CAA ਵਰਗੇ ਕਾਨੂੰਨ ਲੈ ਕੇ ਆਉਂਦੇ ਆ, ਫਿਰ ਉਹ ਲੋਕਾਂ ਨੂੰ ਹਿੰਦੂ ਧਰਮ ਵੱਲ ਲੈ ਕੇ ਜਾਣਗੇ ਨਾ, ਈਸਾਈ ਧਰਮ ਵੱਲ ਲੈ ਕੇ ਜਾ ਕੇ ਉਹਨਾਂ ਦਾ ਏਜੰਡਾ ਕਿਵੇਂ ਪੂਰਾ ਹੋਊ? ਉਹਨਾਂ ਨੂੰ ਪਤਾ ਵੀ ਈਸਾਈ ਕੋਈ ਵੱਡਾ ਥ੍ਰੈਟ ਨਹੀਂ ਬਣ ਰਿਹਾ, ਨਾ ਕੋਈ ਵੱਡੀ ਤਬਦੀਲੀ ਹੋ ਰਹੀ ਹੈ। ਉਹਨਾਂ ਨੇ ਸਿੱਖਾਂ ਨੂੰ ਹਿੰਦੀ 'ਚ ਆਪਾਂ ਖਦੇੜਨਾ ਕਹਿੰਦੇ ਆ ਵੀ ਉਹਨਾਂ ਨੇ ਸਿੱਖਾਂ ਨੂੰ ਮਤਲਬ ਕਿ ਵੀ ਇਸ ਕਿਸਮ ਦਾ ਕਨਫਿਊਜ਼ਨ ਕ੍ਰੀਏਟ ਕਰਨੀ ਹੈ ਤਾਂ ਕਿ ਉਹਨਾਂ 'ਚੋਂ ਕੁਝ ਬੰਦੇ ਸਾਡੇ 'ਚ ਆ ਜਾਣ, ਆ ਵੀ ਰਹੇ ਧੜਾ ਧੜ, ਤਾਂ ਕਿ ਮੁੜ ਕੇ ਵੇਖੋ ਸਿੱਖਾਂ ਦੇ ਵਿੱਚ RSS ਵਿਰੋਧੀ ਬਹੁਤ ਵੱਡਾ ਇੱਕ ਭਾਵਨਾ ਖੜੀ ਹੈ। RSS ਨਾਲ ਨਹੀਂ ਚੱਲਦੇ ਉਹ, ਉਹਨਾਂ ਨੂੰ ਇਸ ਟੇਢੇ ਤਰੀਕੇ ਨਾਲ ਉਹਨਾਂ ਦੀ ਪਾਲਿਸੀ ਬਿਲਕੁਲ ਡਿਫਰੈਂਟ ਹੈ। ਬਾਹਰ ਉਹ ਸਾਰੀਆਂ ਸਟੇਟਾਂ ਦੇ ਵਿੱਚ ਈਸਾਈਆਂ ਦੇ ਖਿਲਾਫ ਵੱਡੇ ਲੈਵਲ 'ਤੇ ਮੁਹਿੰਮ ਕਰ ਰਹੇ ਆ, ਇੱਥੇ ਉਹ ਸਿੱਖਾਂ ਤੋਂ ਕਰਵਾ ਰਹੇ, ਆਪ ਪਿੱਛੇ ਖੜੇ ਆ। ਉਹਨਾਂ ਨੂੰ ਪਤਾ ਵੀ ਇਹਦੇ ਵਿੱਚੋਂ ਜਿਹੜੇ ਸਿੱਖ ਹੈ, ਇੱਥੇ ਸਿੱਖ ਮੈਜੋਰਿਟੀ ਹੈ, ਇਹਨਾਂ ਕੋਲ ਬਹੁਤ ਗਿਣਤੀ ਹੈ, 52% ਜਾਂ ਇਹਨਾਂ ਦੀ ਵੋਟ ਦਾ ਸ਼ੇਅਰ ਜ਼ਿਆਦਾ ਹੈ, ਤੇ ਇਸ ਕਰਕੇ ਵੀ ਇਹਨਾਂ ਨੂੰ ਤੁਸੀਂ ਕਨਫਿਊਜ਼ਨ ਕਰੋ, ਕਨਫਿਊਜ਼ਨ ਕਰਕੇ ਬੰਦੇ ਸਾਡੇ ਵੱਲ ਆਉਣਗੇ। ਵੱਡੀ ਕੋਈ ਧਰਮ ਪਰਿਵਰਤਨ ਉਹਨਾਂ ਨੂੰ ਪਤਾ ਨਹੀਂ ਹੋ ਰਿਹਾ। ਜੇ ਫਰਜ਼ ਕੀਤੇ 1% ਹੋ ਜਾਏਗਾ, ਇਹਦੇ ਨਾਲ ਕੋਈ ਉੱਥੇ ਹਿੰਦੂ ਸਮਾਜ ਤਾਂ ਹਜੇ ਵੀ ਨਹੀਂ ਕਨਵਰਟ ਹੋ ਰਿਹਾ। ਜੇ ਕਿਤੇ ਕਨਵਰਸ਼ਨ ਹੋ ਰਹੀ ਹੈ ਜਾਂ ਕਹਿ ਰਹੇ ਆ ਜਾਂ ਡਰ ਹੈ ਤਾਂ ਉਹ ਹੈ ਦਲਿਤਾਂ ਦਾ। ਹਾਂ ਬਿਲਕੁਲ, ਦਲਿਤ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਇਹ ਰੁਝਾਨ ਆ ਕਿ ਕਨਵਰਜਨ ਹੋ ਰਹੀ ਆ, ਛੋਟੇ ਛੋਟੇ ਮਹੱਲਿਆਂ ਦੇ ਵਿੱਚ ਵੀ ਚਰਚ ਖੁੱਲ੍ਹ ਰਹੇ ਨੇ। ਫਿਰ ਕੀ ਇਹ ਵੀ ਉਹਦੇ ਏਜੰਡੇ ਤਹਿਤ ਹੀ ਹੋ ਰਿਹਾ ਤੇ ਇਹਦੇ ਨਾਲ ਉਹਨਾਂ ਦਾ ਫਾਇਦਾ ਕੀ ਆ? ਵੇਖੋ ਦਲਿਤਾਂ ਦੇ ਮਹੱਲਿਆਂ ਦੇ ਵਿੱਚ BJP ਸਿੱਧਾ ਨਹੀਂ ਜਾ ਸਕਦੇ। ਉਹਨਾਂ ਨੇ ਐਂਟਰੀ ਜਿਹੜੀ ਕਰਦੇ ਆ ਉਹ ਇਸ ਲੈਵਲ ਤੇ ਕਰ ਰਹੇ ਆ। ਜਿਹੜੇ ਇਹ ਵੀ ਪੋਸੀਬਿਲਿਟੀ ਹੋ ਸਕਦੀ ਆ ਵੀ ਜਿਸ ਲੈਵਲ ਦੇ ਬੰਦੇ ਹੁਣ ਦਲਿਤਾਂ ਵਾਲੇ ਸਾਈਡ ਤੋਂ ਜਾ ਰਹੇ ਆ ਉਹਦੇ ਪਿੱਛੇ ਸਰਕਾਰਾਂ ਖੜੀਆਂ ਹੋਣ, ਬਿਲਕੁਲ ਖੜੀਆਂ। ਸਾਨੂੰ ਤਾਂ ਇੱਥੇ ਚੰਡੀਗੜ੍ਹ ਦੇ ਨੇੜੇ ਪਤਾ ਵੀ ਇੱਕ ਬਹੁਤ ਵੱਡਾ ਕਿਸੇ ਨੇ ਡੇਰਾ ਦਲਿਤਾਂ ਦੇ ਲਈ, ਦਲਿਤ ਉਹਦੇ ਫਾਲੋਅਰ ਹੈ ਤੇ ਡੇਰਾ ਉਹਨਾਂ ਨੇ ਈਸਾਈਆਂ ਦਾ ਬਣਾਇਆ। ਇੱਥੇ ਥਾਂ ਡੇਰੇਬਾਜ਼ੀਆਂ। ਉਹਨਾਂ ਦਾ ਜਿਹੜਾ ਮੈਥੋਡਿਸਟ ਚਰਚ ਹੈ, ਉਹਨਾਂ ਦਾ ਜਿਹੜਾ ਪ੍ਰੋਟੈਸਟੈਂਟ ਚਰਚ ਹੈ, ਉਹਦੇ ਜਿਹੜੇ ਬਿਸ਼ਪ ਹੈ, ਜਿਹੜੇ ਵੱਡੇ ਅਹੁਦੇਦਾਰ ਹੈ ਸਾਰੇ ਜਿਹੜੇ ਸਹੀ ਆ, ਉਹ ਕਹਿੰਦੇ ਇਹ ਸਾਡੇ ਬੰਦੇ ਹੀ ਨਹੀਂ ਹੈ, ਇਹ ਫਰਿੰਜ ਐਲੀਮੈਂਟ ਆ, ਸਾਡੇ 'ਚੋਂ ਹੈ ਨਹੀਂ ਇਹ ਸਾਰੇ ਬੰਦੇ ਜਿਹੜੇ ਆ ਕੰਮ ਕਰ ਰਹੇ ਆ ਡੇਰੇ, ਇਹ ਈਸਾਈਆਂ ਵਿੱਚੋਂ ਡੇਰੇ ਬਣ ਰਹੇ ਆ। ਤੇ ਇਸ ਕਰਕੇ ਇਹ ਸਾਰਾ ਹੌਚ ਪੌਚ ਆ ਜਿਹੜਾ, ਇਹ ਸਾਰਾ ਇਹਦੇ ਪਿੱਛੇ ਸਰਕਾਰਾਂ ਖੜੀਆਂ। ਹੁਣ ਅਕਾਲ ਤਖਤ ਦੇ ਜਥੇਦਾਰ ਨੇ ਸਿਕਿਉਰਿਟੀ ਵੀ ਉੱਥੋਂ ਲੈ ਲਈ ਹੈ, ਦਿੱਲੀ ਦੀ ਸੈਂਟਰਲ ਗੌਰਮੈਂਟ ਦੀ। ਉਹ ਕੌਣ ਹੈ? ਉਹ ਬੰਦੇ ਉਹੀ ਬੰਦੇ ਇੰਟੈਲੀਜੈਂਸ ਏਜੰਸੀ ਹੁੰਦੀ ਹੈ ਤੇ ਉਹੀ ਸਿਕਿਉਰਿਟੀ ਹੁੰਦੇ ਆ। ਕੌਣ ਹੈ, ਕੀ ਹੈ, ਕਿਹਦਾ ਇਹ ਏਜੰਡਾ ਲੈ ਕੇ ਆ ਰਿਹਾ? ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਸਿੱਖਾਂ ਦੇ ਪੁਆਇੰਟ ਆਫ ਵਿਊ ਨਾਲ ਇਹ ਬਹੁਤ ਗਲਤ ਬਿਆਨ ਹੈ ਇਹੋ ਜਿਹਾ, ਤੇ ਇਹ ਸਿੱਖਾਂ ਦੇ ਲਈ ਬਿਲਕੁਲ ਗਲਤ ਗੱਲ ਹੈ ਜਿਹੜੀ ਨਹੀਂ ਕਦੇ ਹੋਣੀ ਚਾਹੀਦੀ। ਤੁਸੀਂ ਬਿਆਨ ਵੀ ਲਵਾਇਆ ਜੀ, ਅਖਬਾਰਾਂ ਵਿੱਚ ਖਬਰਾਂ ਵੀ ਆਈਆਂ ਵੀ ਇੱਕਾ ਦੁੱਕਾ ਕਨਵਰਜਨ ਹੋ ਰਹੀ ਹੈ ਤੇ ਅਕਾਲ ਤਖਤ ਦੇ ਜਥੇਦਾਰ ਜਿਹੜਾ ਉਹ ਧਰਮ ਕਨਵਰਜਨ ਵਾਲਾ ਬਿੱਲ ਆ, ਤੁਸੀਂ ਕਹਿ ਰਹੇ ਹੋ ਵੀ ਉਹਦਾ ਵਿਰੋਧ ਹੋਣਾ ਚਾਹੀਦਾ, BJP ਦੇ ਏਜੰਡੇ ਤੇ ਕੰਮ ਹੋ ਰਿਹਾ। ਪਰ ਇਸ ਗੱਲ ਤੇ ਵੀ ਤੁਸੀਂ ਕੁਝ ਕਹਿਣਾ ਚਾਹੋਗੇ? ਜਿਹੜੀ ਉੱਥੇ ਮੂਰਤੀ ਤੋੜੀ ਗਈ ਜਾਂ ਪੈਸਟਰ ਦੀ ਗੱਡੀ ਨੂੰ ਅੱਗ ਲਗਾਈ ਗਈ ਆ, ਕੀ ਉਹ ਬੇਅਦਬੀ ਨਹੀਂ ਹੈ? ਦੇਖੋ ਬਿਲਕੁਲ ਹੀ ਬੇਅਦਬੀ, ਉਸੇ ਕਿਸਮ ਦੀ ਬੇਅਦਬੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਅਸੀਂ ਕਹਿੰਦੇ ਹਾਂ। ਤੁਹਾਨੂੰ ਕਿਸੇ ਵੀ ਧਰਮ ਦੀ ਬੇਅਦਬੀ, ਸਿੱਖੀ ਵਿੱਚ ਤਾਂ ਗੱਲ ਹੀ ਨਹੀਂ ਹੈ। ਸਾਰਾ ਵੱਲ ਇਸ ਲੈਵਲ ਦੇ ਉੱਤੇ ਸਿੱਖ ਤਾਂ ਬਣਦਾ ਹੀ ਨਹੀਂ ਵੀ ਉਹ ਕਿਸੇ ਦੇ ਧਰਮ ਨੂੰ ਤੋੜਨ ਜਾਂ ਹਮਲਾ ਕਰਨ। ਇਹ ਬਿਲਕੁਲ ਗਲਤ ਹੈ। ਵੇਖੋ ਇਸ ਕਿਸਮ ਦਾ ਵਾਇਲੈਂਸ ਜਿਹੜਾ ਉਹਨਾਂ ਤੋਂ ਕਰਵਾਇਆ ਜਾ ਰਿਹਾ, ਇਹਦੇ ਪਿੱਛੇ ਇਹ ਵੀ ਗੱਲ ਚੱਲ ਰਹੀ ਹੈ ਵੀ ਮੁੜ ਕੇ ਫਿਰ ਪੰਜਾਬ ਦੇ ਵਿੱਚ ਇੱਕ ਉਸ ਕਿਸਮ ਦਾ ਮਿਲੀਟੈਂਸੀ ਦਾ ਦੌਰ ਖੜਾ ਕਰ ਦਿੱਤਾ ਜਾਵੇ। ਇਹ ਵੀ ਹੈ ਇਹਨਾਂ ਦਾ। ਕਈ ਕਿਸਮ ਦੇ ਏਜੰਡੇ ਆ ਜਿਹੜੇ ਕਿ ਹਜੇ ਸਪਸ਼ਟ ਨਹੀਂ ਹੋਏ, ਕਈ ਕਿਸਮ ਦੇ ਰੁਝਾਨ ਇਹਦੇ 'ਚੋਂ ਖੜੇ ਕੀਤੇ ਜਾ ਰਹੇ ਆ। ਤੁਸੀਂ ਦੇਖੋ ਵੀ ਕੋਸ਼ਿਸ਼ ਇਹ ਹੈ, ਜਿਹੜੀ ਸਾਰੀ ਕੋਸ਼ਿਸ਼ ਹੈ ਲੱਭੋ ਲਵਾਬ ਕਈ ਕਿਸਮ ਦੇ ਖੜੇ ਕਰਕੇ, ਉਹਦੇ 'ਚ ਕੋਸ਼ਿਸ਼ ਇਹੀ ਹੈ ਵੀ ਸਿੱਖਾਂ ਦੇ ਵਿੱਚ ਡੈਮੋਕ੍ਰੈਟਿਕ ਜਮਹੂਰੀਅਤ ਕੋਈ ਜਮਹੂਰੀਅਤ ਲਾਮਬੰਦੀ ਨਾ ਬਣ ਜੇ। ਜਮਹੂਰੀਅਤ ਲੋਕ ਕੋਈ ਜਮਹੂਰੀਅਤ ਅਕਾਲੀ ਜਮਹੂਰੀਅਤ ਕੋਈ ਪਲੇਟਫਾਰਮ ਨਾ ਖੜਾ ਹੋ ਜੇ। ਤੁਸੀਂ ਦੇਖੋ ਵੀ ਜਦੋਂ ਦੇ ਆਹ ਮਿਲੀਟੈਂਸੀ ਖਤਮ ਹੋਈ ਹੈ, ਇਸ ਦੇ 90-91 ਤੋਂ ਬਾਅਦ
ਕੋਈ ਜਮਹੂਰੀਅਤ ਨਹੀਂ ਗੱਲ, ਕੋਈ ਦੱਸੋ ਸਿੱਖਾਂ ਦੇ ਵਿੱਚੋਂ ਕੋਈ ਨੌਜਵਾਨ ਜਥੇਬੰਦੀ ਬਣੀ ਆ? ਫੈਡਰੇਸ਼ਨ ਸੀ, ਫੈਡਰੇਸ਼ਨ ਖਤਮ ਹੋ ਗਈ, ਉਹਦੇ ਪਿੱਛੋਂ ਇਹਨਾਂ ਦੀ ਕੋਈ ਜਥੇਬੰਦੀ ਨਹੀਂ। ਅਕਾਲੀ ਦਲ ਨੇ ਰਾਜ ਇੱਥੇ ਕੀਤਾ ਜਿਹੜਾ ਉਹਦਾ ਏਜੰਟ ਬਣ ਕੇ ਕੀਤਾ ਦਿੱਲੀ ਦਾ, ਤੇ ਦਿੱਲੀ ਦੇ ਏਜੰਟ ਦੇ ਬਣਨ ਦੇ ਕਰਕੇ ਹੀ ਉਹ ਰਾਜ ਕਰੀ ਗਿਆ। ਤੇ ਇਹ ਸਿੱਖਾਂ ਦੀ ਤਾਂ ਕੋਈ ਜਥੇਬੰਦੀ ਹੈ ਨਹੀਂ ਇੱਥੇ, ਪੋਲੀਟੀਕਲ ਜਥੇਬੰਦੀ ਹੈ ਨਹੀਂ। ਇੱਕ ਇਹ ਵੀ ਏਜੰਡੇ ਦਾ ਪਾਰਟ ਹੋ ਸਕਦਾ ਹੈਗਾ ਵੀ ਹੈ ਵੀ ਇਹਨਾਂ ਨੂੰ ਕਨਫਿਊਜ਼ਨ ਨਹੀਂ ਕ੍ਰੀਏਟ ਕਰੋ, ਇਹਨਾਂ 'ਚ ਕੋਈ ਜਥੇਬੰਦੀ ਨਾ ਬਣ ਲਓ। ਤੀਜਾ ਇਹਨਾਂ ਦਾ ਇਹ ਵੀ ਹੈਗਾ ਪਰਚ ਵੀ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਇਹ ਜਿਹੜਾ ਤੁਸੀਂ ਹਰਾਓ ਜਿਹੜੀ ਅਕਾਲੀ ਲੀਡਰਸ਼ਿਪ ਹੈ, ਇਹਨੂੰ ਹੋਰ ਜ਼ਿਆਦਾ ਕਨਫਿਊਜ਼ਨ 'ਚ ਪਾਓ। ਇਹ ਵੀ ਇਹਨਾਂ ਦੀ ਕੋਸ਼ਿਸ਼ ਹੈ। ਤੁਸੀਂ ਇਹ ਦੇਖੋ ਵੀ ਜਾ ਕੇ ਖਾਸ ਕਰਕੇ ਸਭ ਨੂੰ ਪਤਾ ਵੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿੰਨੇ ਬੰਦੇ ਆ ਜਾਂ ਅਕਾਲੀ ਦਲ ਖੜਾ ਕੀਤਾ ਉੱਥੋਂ ਦੇ ਪ੍ਰਧਾਨ ਨੇ ਹੁਣ ਨਵਾਂ ਆਪਣਾ, ਉਹ ਸਾਰੇ ਬੀਜੇਪੀ ਦੇ ਆ। ਉਹਨਾਂ 'ਚੋਂ ਜਿਵੇਂ ਮਨਿੰਦਰ ਸਰਸਾ, ਉਹ ਤਾਂ ਹੈ ਹੀ ਬੀਜੇਪੀ ਦੀ ਸਟਿਕਟ ਉੱਤੇ MLA ਬਣਿਆ ਸੀ। ਉਹ ਬੰਦੇ ਆ ਕੇ ਇੱਥੇ ਅੰਮ੍ਰਿਤਸਰ ਦਫ਼ਤਰ ਖੋਲ੍ਹਦੇ ਆ, ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਾਂਗੇ। ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰਨਾ ਸੀ, ਉਹਨਾਂ ਨੇ ਆ ਜਿਹੜਾ ਪੱਟੀ ਵਾਲਾ ਕੇਸ ਹੈ ਇਹ ਕਰਵਾਤਾ। ਇਸ ਕਿਸਮ ਦੇ ਕੇਸ ਕਰਵਾਏ ਆ, ਵਾਇਲੈਂਸ ਕ੍ਰੀਏਟ ਕਰਨਾ ਚਾਹੁੰਦੇ ਆ ਸੋਸਾਇਟੀ ਵਿੱਚ। ਬੀਜੇਪੀ ਡਾਇਰੈਕਟਲੀ ਇਨਵੋਲਡ ਹੈ ਸਾਰੇ ਕੇਸ ਦੇ ਵਿੱਚ, ਕਿਉਂਕਿ ਬੀਜੇਪੀ ਲਗਾਤਾਰ ਪੰਜਾਬ ਵਿੱਚ ਆਪਦੀ ਗਤੀਵਿਧੀ ਵਧਾ ਰਹੀ ਹੈ। ਬੀਜੇਪੀ ਡਾਇਰੈਕਟਲੀ ਇਨਵੋਲਡ ਹੈ। ਬੀਜੇਪੀ ਪਿੱਛੇ ਬੈਕ ਤੇ ਇਹਨਾਂ ਦੀ ਉਹਨੂੰ ਡਾਇਰੈਕਟਲੀ ਇਨਵੋਲਵ ਕਰਨ ਦੀ ਕੀ ਲੋੜ ਹੈ ਜਦੋਂ ਉਹਨਾਂ ਕੋਲੇ ਉਹ ਦਿੱਲੀ ਵਾਲੇ ਆ ਰਹੇ ਆ, ਸਾਰੇ ਸਿੱਖ ਵੇਸ਼ਭੂਸ਼ਾ 'ਚ ਆ ਰਹੇ ਆ। ਸਿੱਖ ਹੈ ਉਹ ਆਪਣੇ ਆਪ ਨੂੰ ਕਹਾਉਂਦੇ, ਜਦੋਂ ਉਹ ਆ ਕੇ ਕੰਮ ਕਰ ਰਿਹਾ ਜਿਹੜਾ ਬੀਜੇਪੀ ਦੀ। ਦੇਖੋ ਜੇ ਕਿਸੇ ਨੂੰ ਡਿਕਟੇਟ ਉਹਦੇ ਪਿੱਛੇ ਬੀਜੇਪੀ ਕਰ ਰਹੀ ਹੈ, ਏਜੰਡਾ ਬੀਜੇਪੀ ਦਾ ਸਿੱਧਾ ਲਾਗੂ ਹੋ ਰਿਹਾ, ਉਹਨਾਂ ਨੂੰ ਆਪ ਆਉਣ ਦੀ ਕੀ ਲੋੜ ਹੈ? ਬੀਜੇਪੀ ਨੂੰ ਲੋੜ ਪਈ ਤਾਂ ਆ ਜਾਣਗੇ, ਉਹ ਖੜੇ ਆ ਸਾਰੀ ਗੱਲ ਦੇ ਪਿੱਛੇ। ਪਰ ਫਿਲਹਾਲ ਇਹ ਸਿੱਖਾਂ ਤੋਂ ਕਰਵਾ ਰਹੇ ਆ। ਇਹਨਾਂ ਨੂੰ ਹਮੇਸ਼ਾ ਇੰਸਟਰੂਮੈਂਟ ਕਰਕੇ ਸਿੱਖਾਂ ਨੂੰ ਵਰਤਿਆ, ਭਾਵੇਂ ਖਾਲਿਸਤਾਨ ਦਾ ਮਸਲਾ ਵੀ ਉਠਾਇਆ ਹੋਵੇ ਇਹਨਾਂ ਤੋਂ ਕਿਤੇ, ਤੇ ਭਾਵੇਂ ਇਹਨਾਂ ਤੋਂ 47 ਦੇ ਵਿੱਚ ਕਤਲੋਗਾਰਤ ਵੀ ਕਰਾਈ ਹੈ ਇਹਨਾਂ ਤੋਂ। ਉਦੋਂ ਵੀ ਨਿਹੰਗ ਸੀਗੇ ਸਾਰੇ ਅੱਗੇ ਲੱਗੇ ਹੋਏ, ਨਿਹੰਗਾਂ ਤੋਂ ਜ਼ਿਆਦਾ ਕਤਲੇਆਮ ਕਰਵਾਇਆ। ਆ ਹੁਣ ਵੀ ਇਹਨਾਂ ਨੇ ਜਿਹੜਾ ਚੱਲ ਰਿਹਾ ਸੀ ਆਪਣਾ ਕਿਸਾਨ ਮੋਰਚਾ ਦਿੱਲੀ, ਉੱਥੇ ਵੀ ਇਹ ਨਿਹੰਗਾਂ ਨੂੰ ਲਿਜਾ ਕੇ ਸਭ ਤੋਂ ਅੱਗੇ ਬਹਾਇਆ। ਉਹ ਕਿਹਨੇ ਬਹਾਇਆ? ਸਰਕਾਰ ਹੀ ਲਗਾਈ ਕਰਾ ਇੱਥੋਂ। ਬਕਾਇਦਾ ਘੋੜੇ ਆ ਗਏ, ਨਾ ਉਹਨਾਂ ਦਾ ਕਿਸਾਨੀ ਨਾਲ ਸੰਬੰਧ, ਨਾ ਉਹਨਾਂ ਦਾ ਕਿਸੇ ਜੱਦੋਜਹਿਦ ਕਿਸਾਨਾਂ ਦੀ ਜੱਦੋਜਹਿਦ ਨਾਲ ਕੋਈ ਸੰਬੰਧ। ਉਹ ਜਾ ਕੇ ਸਭ ਤੋਂ ਅੱਗੇ ਕਿਉਂ ਬੈਠ ਗਏ ਸੀ? ਫਿਰ ਉਹਨਾਂ ਤੋਂ ਫਿਰ ਜਾ ਕੇ ਇੱਥੇ ਉਹ ਵਿਚਾਰਾ ਇੱਕ ਝਬਾਲ ਦੇ ਏਰੀਏ ਦਾ ਮਜ਼ਦੂਰ ਟਾਈਪ ਸੀ, ਕੋਈ ਨਸ਼ੇੜੀ ਬੰਦਾ, ਉੱਥੇ ਜਾ ਕੇ ਉਹਦੀ ਟੰਗ ਵੱਢੀ, ਉਹਦਾ ਗਲ ਵੱਢਿਆ ਕਿ ਬੇਅਦਬੀ ਕਰਦਾ। ਉਹ ਨਿਹੰਗ ਜਿਹਨੇ ਸਾਰਾ ਕੁਝ ਕੀਤਾ ਸੀ, ਉਹ ਵੱਡੇ ਸੈਂਟਰ ਦੇ ਮਿਨਿਸਟਰਾਂ ਨਾਲ ਮੀਟਿੰਗ ਕਰ ਰਿਹਾ। ਇਹ ਇੱਥੇ ਵੀ ਸਾਰਾ ਨਿਹੰਗੀ ਅੱਗੇ ਲਾਏ ਇਹਨਾਂ ਨੇ। ਇਹ ਸਾਰਾ ਕੰਮ ਕਰਨ ਦੇ ਲਈ ਆਪਣੇ ਪ੍ਰੋਵੋਕੇਟਿਵ ਏਜੰਟ ਹੈ ਉਹ ਪੈਦਾ ਕਰਦੇ ਆ। ਉਹ ਹੁਣ ਵੀ ਕਰ ਰਹੇ ਆ। ਇਹ ਕੌਣ ਕਰਦਾ? ਜਿਹਦੇ ਕੋਲ ਤਾਕਤ ਹੈ। ਤਾਕਤ ਅੱਜ ਕੱਲ੍ਹ ਸੱਤਾ ਬੀਜੇਪੀ ਦੀ ਹੈ ਇੱਥੇ। ਤੇ ਸਾਡੇ ਵਾਲੀ ਜਿਹੜੀ ਸਰਕਾਰ ਹੈ, ਇੱਥੋਂ ਵਾਲੀ ਜਿਹੜੀ ਹੁਣ ਸਰਕਾਰ ਹੈ ਪੰਜਾਬ ਦੀ, ਆਪ ਦੀ ਸਰਕਾਰ ਹੈ, ਇਹ ਤਾਂ ਆਪ ਬੀਜੇਪੀ ਦਾ ਏਜੰਡਾ ਲਾਗੂ ਕਰੀ ਬੈਠੀ ਹੈ ਸਾਰਾ। ਇਹ ਅਸੀਂ ਤਾਂ ਇਸ ਨੂੰ ਕਹਿੰਦੇ ਵੀ ਬੀਜੇਪੀ ਤੋਂ ਪਾਸੇ ਦੀ ਕੋਈ ਗੱਲ ਨਹੀਂ। ਇਹਨਾਂ ਦਾ ਕੋਈ ਖੇਤਰੀ ਪੰਜਾਬ ਦਾ ਏਜੰਡਾ ਹੈ ਨਹੀਂ, ਨਾ ਇਸ ਏਜੰਡੇ 'ਤੇ ਜਿੱਤੇ ਆ ਇਹ। ਤੋ ਇਸ ਕਰਕੇ ਉਹਦਾ ਵੀ ਸਾਰੇ ਦੇਸ਼ ਦਾ ਨੈਸ਼ਨਲਿਸਟਿਕ ਏਜੰਡਾ ਹੈ, ਇਹਦਾ ਕੇਜਰੀਵਾਲ ਦਾ, ਤੇ ਬੀਜੇਪੀ ਦਾ ਵੀ ਉਹੀ ਏਜੰਡਾ ਤੇ ਸੇਮ ਏਜੰਡਾ। ਇਸ ਕਰਕੇ ਸਾਨੂੰ ਨਹੀਂ ਬਿਲਕੁਲ ਲੱਗਦਾ ਵੀ ਇਹ ਕੋਈ ਡਿਫਰੈਂਟ ਹੈ। ਇਸ ਕਰਕੇ ਸਾਰਾ ਕੰਮ ਬੀਜੇਪੀ ਕਰ ਰਹੀ ਹੈ। ਧਰਮ ਪ੍ਰਚਾਰ ਦਾ ਤਰੀਕਾ ਕੀ ਹੋਵੇ ਜੀ? ਇਹੋ ਜਿਹਾ ਕਿਹੜਾ ਮਾਡਲ ਅਪਣਾਇਆ ਜਾ ਸਕਦਾ ਜਿਹਦੇ ਵਿੱਚ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੇ ਮੌਕੇ ਮਿਲਣ ਕਿ ਉਹ ਆਪਣਾ ਧਰਮ ਦਾ ਪ੍ਰਚਾਰ ਕਰ ਸਕਣ? ਦੇਖੋ, ਸਿੰਘ ਸਭਾ ਨੇ ਇਹ ਤਜਰਬਾ, ਪਹਿਲੀ ਸਿੰਘ ਸਭਾ ਬਣੀ ਸੀ ਜਦੋਂ ਕੋਈ ਰੀਅਲ ਡਰ ਸੀ, ਜਦੋਂ ਕੋਈ ਕ੍ਰਿਸਚਨ ਸਕੂਲ ਦੇ 4 ਸਰਦਾਰ ਬੱਚੇ ਬਾਹਰ ਆ ਕੇ ਅੰਮ੍ਰਿਤਸਰ ਦੇ ਵਿੱਚ ਉਹ ਧਰਮ ਪਰਿਵਰਤਨ ਦਾ ਐਲਾਨ ਕਰਤਾ ਸੀ ਜਨਤਕ ਤੌਰ 'ਤੇ ਵੀ ਅਸੀਂ ਕਰ ਰਹੇ ਹਾਂ। ਉਸ ਵੇਲੇ ਲੋੜ ਪਈ ਸੀ, ਉਸ ਲੋੜ ਦੇ ਵਿੱਚੋਂ ਸਿੰਘ ਸਭਾ ਨਿਕਲੀ ਸੀ। ਇਹ 30 ਜੁਲਾਈ 1873 ਨੂੰ ਬਣੀ ਸੀ ਪਹਿਲੀ ਸਿੰਘ ਸਭਾ। ਫਿਰ ਉਸ ਤੋਂ 6 ਸਾਲ ਬਾਅਦ ਲਾਹੌਰ ਦੀ ਬਣੀ। ਉਹਨਾਂ ਨੇ ਸਹੀ ਕੰਮ ਕੀਤਾ ਬਗੈਰ ਕਿਸੇ ਕਾਨਫਰੰਸ ਦੱਸਿਆ ਵੀ ਗੁਰੂ ਦਾ ਮੈਸੇਜ ਕੀ ਹੈ, ਸਿੱਖੀ ਹੈ ਕੀ, ਤੇ ਸਿੱਖੀ ਬਰਾਬਰੀ ਦੇ ਸਮਾਨਤਾ ਦਾ ਕੀ ਕੰਮ ਕਰਦੀ ਹੈ। ਸਾਰਾ ਕੁਝ ਉਹਨਾਂ ਨੇ ਲੋਕਾਂ ਨੂੰ ਐਜੂਕੇਟ ਕੀਤਾ। ਜਿਹੜੇ ਵਿੱਚ ਆਏ ਹੋਏ ਸੀਗੇ ਐਜੂਕੇਸ਼ਨ ਦਾ ਕੰਮ ਕੀਤਾ। ਫਿਰ ਉਹਨਾਂ ਨੇ ਬਿਨਾਂ ਕਿਸੇ ਵਾਇਲੈਂਸ ਤੋਂ ਸ਼ਾਂਤਮਈ ਤਰੀਕੇ ਨਾਲ, ਤੇ ਜਿਹੜੇ ਸਿੱਖਾਂ ਦੇ ਗ੍ਰੰਥਾਂ ਦੇ ਵਿੱਚ ਦੂਜੇ ਗ੍ਰੰਥ ਰਲੇ ਸੀ ਉਹਨਾਂ ਨੂੰ ਪਾਸੇ ਕੱਢਿਆ, ਤੇ ਜਿਹੜੇ ਸਿੱਖਾਂ ਦੇ ਵਿੱਚ ਮੂਰਤੀਆਂ ਹੋਰ ਸਾਰਾ ਕੁਝ ਜਿਹੜਾ ਹਿੰਦੂਵਾਦ ਵਾਲਾ ਬ੍ਰਾਹਮਣੀਵਾਦ ਆ ਗਿਆ ਸੀ ਉਹ ਸਾਰਾ ਬਾਹਰ ਕੀਤਾ। ਦਰਬਾਰ ਸਾਹਿਬ ਦੇ ਆਲੇ ਦੁਆਲੇ ਮੂਰਤੀਆਂ ਸਾਰੀਆਂ ਲੱਗ ਗਈਆਂ ਸੀ, ਉਹ ਕੱਢੀਆਂ ਪਾਸੇ।
ਤੇ ਇਸ ਕਰਕੇ ਦਰਬਾਰ ਸਾਹਿਬ ਜਿਹੜੇ ਗੁਰਦੁਆਰੇ ਸੀ ਉਹਨਾਂ ਵਿੱਚੋਂ ਜਿਹੜਾ ਬ੍ਰਾਹਮਣੀਕਲ ਸਾਰਾ ਚੱਲਦਾ ਸੀ, ਰਸਮ ਰਿਵਾਜ ਮਰਜ਼ਾਦਾ ਚੱਲਦੀ ਸੀ, ਉਹ ਸਾਰੀ ਖਤਮ ਕਰਕੇ 1920 'ਚ ਇਹਨਾਂ ਨੇ ਉਹ ਸਾਰਾ ਗੁਰਦੁਆਰੇ ਮੁਕਤ ਕਰਾਏ, ਆਜ਼ਾਦ ਕਰਾਏ। ਉਸੇ ਵਿੱਚੋਂ ਹੀ ਅਕਾਲੀ ਦਲ ਨਿਕਲਿਆ, ਉਸੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਿਕਲੀ। ਇਸ ਕਰਕੇ ਸਿੰਘ ਸਭਾ ਦਾ ਸਾਰਾ ਕੁਛ ਤੌਰ ਤਰੀਕਾ ਅਜੇ ਤੱਕ ਪਿਆ, ਸਭ ਨੂੰ ਪਤਾ ਹੈ। ਜੇ ਕਰਨਾ ਚਾਹੁੰਦੇ ਹੋਣ ਉਸ ਤਰੀਕੇ ਨਾਲ ਹੁੰਦਾ, ਲੜਾਈ ਤੇ ਕਨਫਰੰਟ੍ਰੇਸ਼ਨ ਨਹੀਂ, ਕੋਈ ਵਾਇਲੈਂਸ ਦੀ ਗੱਲ ਨਹੀਂ। ਵਾਇਲੈਂਸ ਤਾਂ ਸਰਕਾਰ ਨੂੰ ਬੜਾ ਮੌਕਾ ਦਿੰਦੀ ਹੈ, ਵਾਇਲੈਂਸ ਤਾਂ ਕਰਾਉਣਾ ਚਾਹੁੰਦੀ ਹੈ। ਇਸ ਕਰਕੇ ਵਾਇਲੈਂਸ ਦਾ ਮਤਲਬ ਤਾਂ ਇਹ ਹੈ। ਇਸ ਕਰਕੇ ਕੋਸ਼ਿਸ਼ ਸਰਕਾਰ ਦੀ ਬਿਲਕੁਲ ਇਹ ਹੈ ਫਿਲਹਾਲ ਹਜੇ ਸਾਰਿਆਂ ਵੀ ਸਿੱਖਾਂ ਦੇ ਵਿੱਚ ਕੋਈ ਵੀ ਜੈਨੂਨ ਲੀਡਰਸ਼ਿਪ, ਕੋਈ ਡੈਮੋਕ੍ਰੈਟਿਕ ਜਮਹੂਰੀਅਤ ਲੀਡਰਸ਼ਿਪ ਖੜੀ ਨਾ ਹੋਣ ਦਿੱਤੀ ਜਾਵੇ। ਤਾਂ ਕਦੇ ਖਾਲਿਸਤਾਨ ਦਾ ਨਾਅਰਾ ਲਵਾ ਦਿਓ, ਕਦੇ ਹਥਿਆਰਬੰਦ ਗੱਲ ਕਰਾ ਦਿਓ, ਇਹ ਸਾਰਾ ਕੁਝ ਕਰੀ ਜਾਓ। ਇਸ ਕਰਕੇ ਮਿਨੋਰਿਟੀ ਹੈ ਜਿਹੜੀ, ਉਸ ਨੂੰ ਕਦੇ ਵੀ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀ ਕਦੇ ਸਪੋਰਟ ਨਹੀਂ ਕਰਨੀ ਚਾਹੀਦੀ। ਉਹ ਤਾਂ ਹੈ ਹੀ ਉਹਨਾਂ ਦੇ ਖਿਲਾਫ। ਇਸ ਕਰਕੇ ਉਹ ਉਸ ਦੀ ਖਿਲਾਫ ਇਹ ਅਕਾਲ ਤਖਤ ਦੇ ਪਲੇਟਫਾਰਮ ਤੋਂ ਆਵੇ ਤਾਂ ਕਮਾਲ ਹੈ ਵੀ ਸਿੱਖ ਇਹ ਲੱਗਦਾ ਵੀ ਜੋ ਸੁੱਤੇ ਪਏ ਆ ਸਾਰੇ ਜਿਹੜੇ ਚਿੰਤਕ ਹੈ। ਇਸ ਕਰਕੇ ਇਹਦੇ ਵਿਰੁੱਧ ਤਾਂ ਲਾਮਬੰਦੀ ਹੋਣੀ ਚਾਹੀਦੀ ਸੀ। ਇਹ ਸਾਰਾ ਕੁਝ ਗਲਤ ਹੋ ਰਿਹਾ। ਹਿੰਦੂਤਵ ਦਾ ਏਜੰਡਾ ਇੱਥੇ ਲਾਗੂ ਹੋ ਰਿਹਾ ਤੇ ਉਹਦਾ ਸਿੰਘ ਸਭਾ ਪਹਿਲਾਂ ਵਿਰੋਧ ਕਰਦੀ ਹੈ ਤੇ ਹੋਰਾਂ ਨੂੰ ਵੀ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ। ਸੋ ਇੱਕ ਗੱਲ ਪੱਕੀ ਹੈ ਕਿ ਵਾਇਲੈਂਸ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਸਾਨੂੰ ਜੇਕਰ ਸਾਡੇ ਕੋਈ ਮਤਭੇਦ ਨੇ ਤਾਂ ਉਹ ਜ਼ਰੂਰ ਬੈਠ ਕੇ ਸੁਲਝਾਉਣੇ ਚਾਹੀਦੇ ਨੇ, ਜਾਂ ਇਤਿਹਾਸ ਸਾਡੇ ਕੋਲ ਐਡਾ ਵੱਡਾ ਸ਼ਾਨਦਾਰ ਇਤਿਹਾਸ ਪਿਆ, ਉਹ ਪੜ੍ਹ ਕੇ ਸਾਨੂੰ ਸਮਝਣਾ ਚਾਹੀਦਾ ਕਿ ਇਹ ਮਸਲੇ ਸਾਡੇ ਕਿਵੇਂ ਹੱਲ ਹੋ ਸਕਦੇ ਅਤੇ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ, ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਇਸ ਨੂੰ ਸ਼ੇਅਰ ਜ਼ਰੂਰ ਕਰਿਓ ਜੀ। ਜੁੜੇ ਰਹੋ ਦੁਨੀਆ ਦੇ ਨਾਲ।